नमस्कार दोस्तों, मीडिया कॉफी 'ਚ ਤੁਹਾਡਾ ਸਵਾਗਤ ਹੈ। ਅੱਜ ਮੀਡੀਆ ਕੌਫਸ ਵਿੱਚ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਡਾਕਟਰ ਦੀ ਸਲਾਹ। ਹਾਂ, ਡਾਕਟਰ ਦੀ ਸਲਾਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਕਿਸ ਪ੍ਰਕਾਰ ਦੇ ਹੁੰਦੇ ਨੇ, ਡਾਕਟਰ ਕਿਹੜੀ ਪੱਧਤੀ ਯੂਜ਼ ਕਰਦੇ ਨੇ, ਜਿੱਦਾਂ ਸਾਡੇ ਭਾਰਤ ਦੀ ਪੱਧਤੀ ਆਯੁਰਵੈਦਿਕ ਹੈ, ਯੂਨਾਨ ਦੀ ਪੱਧਤੀ ਹੋਮਿਓਪੈਥੀ ਹੈ, ਇੱਕ ਨਵੀਂ ਐਲੋਪੈਥੀ ਸ਼ੁਰੂ ਹੋਈ ਹੈ, ਡਾਕਟਰੀ ਪੜ੍ਹਾਈ ਜਿਹੜੀ ਬ੍ਰਿਟਿਸ਼ਰਸ ਦੇ ਤੌਰ 'ਤੇ ਆਈ ਹੈ, ਬਾਅਦ 'ਚ ਆਈ ਹੈ। ਇਹਨਾਂ ਸਾਰਿਆਂ ਦੇ ਬਾਰੇ ਡਾਕਟਰ ਰੋਹਿਤ ਜੀ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਇਹ ਕਦ ਸ਼ੁਰੂ ਹੋਈ, ਕਿਹਨੇ ਸ਼ੁਰੂ ਕੀਤੀ ਅਤੇ ਇਹਦਾ ਓਰੀਜਨ ਕਿੱਥੋਂ ਹੋਇਆ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਮੀਡੀਆ ਕੌਫਸ ਵਿੱਚ। ਨਮਸਕਾਰ, ਮੈਂ ਡਾਕਟਰ ਰੋਹਿਤ ਸੰਦਲ, ਆਯੁਰਵੇਦ ਸਪੈਸ਼ਲਿਸਟ, ਨੰਗਲ ਤੋਂ। ਡਾਕਟਰ ਸਾਹਿਬ, ਡਾਕਟਰ ਨੂੰ ਰੱਬ ਮੰਨਿਆ ਜਾਂਦਾ ਜੀ ਬਿਲਕੁਲ। ਰੱਬ ਨੂੰ ਵੀ ਇੱਦਾਂ ਹੀ ਡਾਕਟਰ ਵੀ ਕਈ ਵੈਰਾਈਟੀ 'ਚ ਵੰਡੇ ਗਏ, ਕਿੱਦਾਂ ਦੇਖਦੇ ਹੋ, ਕਿਹੜੀ ਵੈਰਾਈਟੀ ਹੈ, ਥੋੜ੍ਹਾ ਸਾਨੂੰ ਚਾਨਣਾ ਪਾਓ ਜੀ। ਐਕਚੁਅਲੀ ਆਮ ਤੌਰ ਪਰ ਲੋਕਾਂ 'ਚ ਇਹ ਬਹੁਤ ਵਿਚਾਰਧਾਰਾ ਹੈ ਕਿ ਐਲੋਪੈਥੀ, ਆਯੁਰਵੈਦਿਕ ਅਲੱਗ-ਅਲੱਗ ਤਰੀਕਿਆਂ 'ਚ ਲੋਕ ਟਰੀਟ ਚਾਹੁੰਦੇ। ਸਿਰਫ ਬੈਨੀਫਿਟ ਮੈਂ ਇੱਕ ਤੁਹਾਨੂੰ ਦੱਸਣ ਲੱਗਾ ਵੀ ਜਿਹੜੀ ਡਿਜ਼ੀਜ਼, ਜਿਹੜੀ ਪ੍ਰਣਾਲੀ ਨੂੰ ਆਪਾਂ ਜਿੱਦਾਂ ਡਿਜ਼ੀਜ਼ ਨੂੰ ਕਵਰ ਕਰ ਸਕਦੇ, ਉਹੀ ਟਰੀਟਮੈਂਟ ਸਭ ਤੋਂ ਜ਼ਿਆਦਾ ਵਧੀਆ ਹੈ। ਇੰਡੀਆ ਵਿੱਚ ਮੇਨਲੀ 3 ਥੈਰੇਪੈਥੀਜ਼ ਚੱਲਦੀਆਂ: ਐਲੋਪੈਥੀ, ਹੋਮੋਪੈਥੀ ਐਂਡ ਆਯੁਰਵੈਦਿਕ। ਠੀਕ, ਅੱਜ ਮੈਂ ਤੁਹਾਨੂੰ ਕੁਛ ਥੋੜ੍ਹੇ ਜਿਹੇ ਪੁਆਇੰਟਸ ਇਹਨਾਂ ਤਿੰਨਾਂ ਪੈਥੀਜ਼ ਬਾਰੇ ਦੱਸਾਂਗਾ ਕਿ ਆਯੁਰਵੇਦ ਔਰ ਹੋਮੋਪੈਥ ਔਰ ਐਲੋਪੈਥੀ 'ਚ ਕਿਆ ਡਿਫਰੈਂਸ ਹੈ। ਇਹਦੇ ਲਈ ਆਪਾਂ ਸ਼ੁਰੂ ਕਰਦੇ ਹਾਂ। ਜਿੱਦਾਂ ਸਪੋਜ਼ ਕਰੋ, ਸਭ ਤੋਂ ਪਹਿਲਾਂ ਤਾਂ ਆ ਗਿਆ ਐਲੋਪੈਥੀ। ਦੇਖੋ, ਐਲੋਪੈਥੀ ਜਿਹੜਾ ਅੱਜ ਕੱਲ੍ਹ ਇਹਨੂੰ ਮਾਡਰਨ ਸਿਸਟਮ, ਮਾਡਰਨ ਮੈਡੀਸਨ ਦਾ ਸਿਸਟਮ ਬੋਲਦੇ, MBBS, ਅਤੇ ਇਹਦੇ ਵਿੱਚ ਕਿਆ ਹੈ ਕਿ ਐਮਰਜੈਂਸੀ ਟਰੀਟਮੈਂਟ, ਇੰਸਟੈਂਟ ਰਿਜ਼ਲਟ, ਔਰ ਜਿਹੜੀ ਐਕਿਊਟ ਪ੍ਰੋਬਲਮਸ ਹੁੰਦੀਆਂ, ਕਰੋਨਿਕ ਤਾਂ ਘੱਟ ਰਿਕਵਰੀ ਹੁੰਦੀ ਐਲੋਪੈਥੀ 'ਚ। ਐਕਿਊਟ ਪ੍ਰੋਬਲਮਸ ਜਿੱਦਾਂ ਕਿ ਇੰਸਟੈਂਟ ਰਿਜ਼ਲਟ, ਆਪਾਂ ਕੋਈ ਇਨਫੈਕਸ਼ਨ ਹੋ ਗਈ ਬੋਡੀ 'ਚ, ਬਹੁਤ ਜਲਦੀ ਇਨਫੈਕਸ਼ਨ ਨੂੰ ਕਵਰ ਕਰਨ ਵਾਸਤੇ ਐਲੋਪੈਥੀ ਟਰੀਟਮੈਂਟ ਇਜ਼ ਦਾ ਬੈਸਟ ਟਰੀਟਮੈਂਟ, ਕਿਉਂਕਿ ਇਹਦੇ ਵਿੱਚ ਇੰਸਟੈਂਟ ਮੈਡੀਸਨ, ਜਿਹੜੇ ਮੋਲੀਕਿਊਲਸ ਹੁੰਦੇ, ਐਲੋਪੈਥੀ ਮੈਡੀਸਨਸ ਹੁੰਦੀਆਂ ਜਿਹੜੀ ਕੈਮੀਕਲਸ ਨਾਲ ਪ੍ਰੀਪੇਅਰ ਕੀਤੀਆਂ ਹੁੰਦੀਆਂ, ਉਹ ਜਿੱਦਾਂ ਹੁਣ ਬਹੁਤ ਜਲਦੀ ਇਫੈਕਟ ਕਰਦੀਆਂ ਕਿ ਜਿਹੜੀ ਇਨਫੈਕਸ਼ਨ ਹੈ ਉਹਨੂੰ ਜਲਦੀ ਰਿਕਵਰੀ ਕਰ ਸਕੀਏ। ਕਿਉਂਕਿ ਜੇ ਆਪਾਂ ਇਨਫੈਕਸ਼ਨ ਨੂੰ ਲੇਟ ਰਿਕਵਰੀ ਕਰਾਂਗੇ, ਉਹਨੂੰ ਬੋਡੀ 'ਚ ਬਹੁਤ ਜ਼ਿਆਦਾ ਫੈਲ ਜਾਣਾ ਅਤੇ ਉਹ ਪ੍ਰੋਬਲਮ ਕ੍ਰੀਏਟ ਕਰ ਸਕਦੀਆਂ। ਸਪੋਜ਼ ਕਰੋ ਹਾਰਟ ਦੀ ਕੋਈ ਡਿਜ਼ੀਜ਼ ਹੋ ਗਈ, ਇੰਸਟੈਂਟ ਬੰਦੇ ਨੂੰ MI ਹੋ ਗਿਆ ਜਾਂ ਹਾਰਟ ਅਟੈਕ ਹੋ ਗਿਆ, ਉੱਥੇ ਜੇ ਆਪਾਂ ਕੋਈ ਹੋਰ ਪੈਥੀ ਯੂਜ਼ ਕਰਾਂਗੇ, ਦੈਟ ਇਜ਼ ਰੋਂਗ। ਉੱਥੇ ਇੰਸਟੈਂਟ ਸਾਨੂੰ ਰਿਜ਼ਲਟ ਦੇਣ ਵਾਸਤੇ, ਉਸ ਪ੍ਰੋਬਲਮ ਨੂੰ ਰੁਕਣ ਵਾਸਤੇ ਸਾਨੂੰ ਐਲੋਪੈਥੀ ਟਰੀਟਮੈਂਟ ਦੇਣਾ ਹੀ ਪਏਗਾ। ਕੋਈ ਰੋਡ ਸਾਈਡ ਐਕਸੀਡੈਂਟ ਹੋ ਗਿਆ, ਕੋਈ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ, ਕੰਟਰੋਲ 'ਚ ਨਹੀਂ ਆ ਰਹੀ, ਉੱਥੇ ਵੀ ਸਾਨੂੰ ਐਲੋਪੈਥੀ ਟਰੀਟਮੈਂਟ, ਸਰਜਰੀ, ਇਹ ਚੀਜ਼ਾਂ ਐਲੋਪੈਥੀ ਦੀਆਂ ਅੱਗੇ ਇਹਦੇ ਵਿੱਚ ਅਲੱਗ-ਅਲੱਗ ਪੈਥੀ ਟਰੀਟਮੈਂਟ ਦਿੱਤਾ ਜਾਂਦਾ, ਜਿਹਦੇ ਕਿ ਅਸੀਂ ਇੰਸਟੈਂਟ ਇਹਨੂੰ ਬਹੁਤ ਜਲਦੀ ਰਿਕਵਰੀ ਕਰ ਸਕੀਏ। ਉਸ ਤੋਂ ਬਾਅਦ ਆ ਜਾਓ ਹੋਮੋਪੈਥੀ। ਹੋਮੋਪੈਥੀ 1796 ਵਿੱਚ ਡਾਕਟਰ ਸੈਮੂਅਲ ਹੈ ਜਰਮਨ ਦੇ, ਇਹ ਜਰਮਨ ਪੈਥੀ ਹੈ, ਉਹਨੇ ਇਹਦੀ ਇਨਵੈਂਸ਼ਨ ਕੀਤੀ। ਉਹ ਹੋਮੋਪੈਥੀ ਵਿੱਚ ਕਿਆ ਹੈ ਕਿ ਇਹ ਇੱਕ ਬੋਡੀ 'ਚ ਇਮਿਊਨਿਟੀ ਕ੍ਰੀਏਟ ਕਰ ਦਿੰਦੇ ਕਿ ਜਿਹੜੀ ਸਾਡੀ ਕੀ ਡਿਜ਼ੀਜ਼ ਨਾਲ ਲੜਨ ਵਾਸਤੇ ਅਸੀਂ ਉਹਨੂੰ, ਸਾਡੇ ਵਾਸਤੇ ਬੈਨੀਫੀਸ਼ੀਅਲ ਹੈ। ਅਤੇ ਇਹਦੇ ਵਿੱਚ ਵੀ ਇਹ ਹੈ ਕਰੋਨਿਕ ਡਿਜ਼ੀਜ਼ ਪਰ ਜ਼ਿਆਦਾ ਇਫੈਕਟਿਵ ਹੈ, ਕਿਉਂਕਿ ਇਹ ਸਲੋ ਐਕਟਿੰਗ ਹੈ, ਜਿਹੜਾ ਸਲੋਲੀ ਇਨ ਆਪਣਾ ਕੰਮ ਕਰਨਾ, ਜਿਹਦੇ ਨਾਲ ਕਿ ਜਿਹੜੀ ਡਿਜ਼ੀਜ਼ ਹੈ ਉਹ ਹੌਲੀ ਬੋਡੀ 'ਚ ਘਟੂਗੀ, ਉਹਦੀ ਬੋਡੀ 'ਚ ਇਮਿਊਨਿਟੀ ਬਣੂਗੀ ਉਹਦੇ ਅਗੇਂਸਟ, ਕਿ ਅਸੀਂ ਉਹਦੇ ਨਾਲ ਲੜ ਸਕੀਏ ਡਿਜ਼ੀਜ਼ ਨਾਲ ਅਤੇ ਉਹਨੂੰ ਰਿਕਵਰੀ ਕਰ ਸਕੀਏ। ਉਹਦੇ ਅਦਰ ਹੈਂਡ ਹੈ ਆਯੁਰਵੇਦ। ਆਯੁਰਵੇਦ ਇੰਡੀਅਨ ਟ੍ਰੈਡੀਸ਼ਨਲ ਪੈਥੀ ਹੈ, ਇਹ 5000 ਸਾਲ ਪੁਰਾਣੀ ਹੈ। ਇਹਦੇ ਵਿੱਚ ਕਿਆ ਹੈ ਕਿ ਇਹਨੂੰ ਐਨੀ ਟਾਈਮ ਸਭ ਤੋਂ ਜਿਹੜੀ ਪੈਥੀ ਹੈ ਆਯੁਰਵੇਦ, ਉਹ ਸਾਡੇ ਇੰਡੀਅਨ ਸਿਸਟਮ 'ਚ ਬਹੁਤ ਪੁਰਾਣੀ ਹੈ, ਔਰ ਇਹ ਬਹੁਤ ਇਹਦੇ 'ਚੋਂ ਹੀ ਅੱਗੇ ਪੈਥੀਆਂ ਨਿਕਲੀਆਂ ਵਾ। 5000 ਸਾਲ ਪੁਰਾਣੀ ਹੈ ਪੈਥੀ। ਇਹਦੇ ਵਿੱਚ ਕਿਆ ਹੈ ਕਿ ਸਾਡੀ ਬੋਡੀ ਦੀ ਪ੍ਰਕਿਰਤੀ ਪਰ ਡਿਪੈਂਡ ਕਰਦਾ। ਵਾਤ, ਪਿੱਤ, ਕਫ, ਸਾਡੀ ਬੋਡੀ 3 ਪ੍ਰਕਿਰਤੀਆਂ ਹੈ, ਸਾਡੀ ਬੋਡੀ ਦੀ ਨੇਚਰ ਹੈ, ਉਹਦੇ ਪਰ ਆਪਣਾ ਐਕਟਿੰਗ ਕਰਨੀ। ਇਹਦੇ ਵਿੱਚ ਜਿਹੜੀ ਹਰਬਸ ਯੂਜ਼ ਹੁੰਦੀਆਂ, ਜਿਹੜੀ ਥੈਰੇਪੀਜ਼ ਹੈ, ਮਸਾਜ ਥੈਰੇਪੀ ਹੈ, ਕਾਇਰੋ ਹੈ, ਜਾਂ ਐਕਿਊਪ੍ਰੈਸ਼ਰ ਹੈ। ਐਕਿਊਪ੍ਰੈਸ਼ਰ ਜਿਹੜੀ ਥੈਰੇਪੀ ਹੈ ਉਹ ਵੀ ਆਯੁਰਵੇਦ ਦਾ ਇੱਕ ਬ੍ਰਾਂਚ ਹੈ। ਉਹਦੇ 'ਚ ਕਿਆ ਹੁੰਦਾ ਕਿ ਮਰਮਸ, ਜਿਹੜੇ ਸਾਡੇ ਵਾਈਟਲ ਪੁਆਇੰਟਸ ਹੈ, ਉਹਨੂੰ ਪ੍ਰੈਸ ਕਰਨਾ ਕਿ ਜਿਹੜੇ ਉਹਨੂੰ ਆਪਾਂ ਡਿਜ਼ੀਜ਼ ਨੂੰ ਕਵਰ ਕਰ ਸਕੀਏ। ਜਿਹੜੀ ਕਰੋਨਿਕ ਤੋਂ ਕਰੋਨਿਕ ਡਿਜ਼ੀਜ਼ ਹੈ, ਜਿਹਦਾ ਕੋਈ ਟਰੀਟਮੈਂਟ ਨਹੀਂ ਹੈ, ਕਰੋਨਿਕ ਡਿਜ਼ੀਜ਼ ਹੈ, ਉਹਦੇ ਪਰ ਆਯੁਰਵੇਦ ਹੀ ਕੰਮ ਕਰਦਾ ਔਰ ਆਯੁਰਵੇਦ ਹੀ ਬੈਨੀਫੀਸ਼ੀਅਲ ਹੈ। ਕੋਈ ਵੀ ਪ੍ਰੋਬਲਮ ਹੈ, ਉਹਦੀ ਪਹਿਲਾਂ ਤਾਂ ਅਸੀਂ ਬੋਡੀ ਦੀ ਜਿਹੜੀ ਡਿਜ਼ੀਜ਼ ਦੀ ਜਿਹੜੀ ਇਨਫੈਕਸ਼ਨ ਹੈ ਬੋਡੀ 'ਚ, ਜਿਹਦਾ ਬਹੁਤ ਜ਼ਿਆਦਾ ਕਰੋਨਿਕ ਫੈਲ ਚੁੱਕੀ, ਪਹਿਲਾਂ ਉਹਨੂੰ ਘਟਾਉਣਾ। ਉਸਦੇ ਅਦਰ ਹੈਂਡ ਕੀ ਬੋਡੀ 'ਚ ਇੱਕ ਇਮਿਊਨਿਟੀ ਕ੍ਰੀਏਟ ਕਰਨੀ ਕਿ ਅਸੀਂ ਉਸ ਬਿਮਾਰੀ ਨਾਲ ਲੜ ਸਕੀਏ। ਐਲੋਪੈਥੀ ਦਾ ਬੈਨੀਫਿਟ ਵੀ ਹੈ ਔਰ ਸਾਈਡ ਇਫੈਕਟ ਵੀ ਹੈ।
होम्योपैथी और आयुर्वेद का साइड इफेक्ट कोई नहीं है, स्लो एक्टिंग है। एज होम्योपैथी और आयुर्वेद ਕੀਤੀ ਪद्धਤੀ ਸੇਮ ਸਿਮਿਲਰ ਹੁੰਦੀਆਂ। ਉਹਦਾ ਰੀਜ਼ਨ ਕੀ ਹੈ ਕਿ ਹੋਮੋਪੈਥੀ ਜਿਹੜੀ ਮੈਡੀਸਨਸ ਯੂਜ਼ ਹੁੰਦੀਆਂ ਉਹ ਰॉ ਦਾ ਐਕਸਟ੍ਰੈਕਟ ਨਿਕਲਦਾ, ਐਕਸਟ੍ਰੈਕਟ ਫਾਰਮ 'ਚ, ਟਿੰਚਰ ਫਾਰਮ 'ਚ ਉਹਨੂੰ ਯੂਜ਼ ਕਰਦੇ। ਉਸਦੇ ਅਦਰ ਐਂਡ ਆਯੁਰਵੇਦ ਹੈ, ਆਯੁਰਵੇਦ ਵਿੱਚ ਜੜੀ ਬੂਟੀਆਂ ਦਾ ਕੁਆਥ ਡੈਕੋਕਸ਼ਨ ਫਾਰਮ ਲੈ ਲਓ, ਰॉ ਲੈ ਲਓ, ਜਾਂ ਭਸਮ ਜਿੰਨੀਆਂ ਪਾਊਡਰ ਫਾਰਮ 'ਚ ਭਸਮਾਂ ਕੀਤੀਆਂ ਜਾਂਦੀਆਂ ਓਰਸ ਦੀਆਂ। ਉਸਦੇ ਅਦਰ ਐਂਡ ਜਿਹੜੀ ਇਹਦੀ ਥੈਰੇਪੀਜ਼ ਹੈ, ਇਹਦੇ ਵਿੱਚ ਪੈਥੀ 'ਚ ਜੋ ਥੈਰੇਪੀਜ਼ ਹੈ ਇਹ 'ਚ ਪੰਚਕਰਮਾ ਹੈ, ਬੋਡੀ ਨੂੰ ਡੀਟੌਕਸ ਕਰਨਾ। ਉਸਦੇ ਅਦਰ ਹੈਂਡ ਐਕਿਊਪ੍ਰੈਸ਼ਰ ਹੈ ਜਿਹਨੂੰ ਅਸੀਂ ਮਰਮਾ ਥੈਰੇਪੀਜ਼ ਬੋਲਦੇ, ਪੁਆਇੰਟਸ ਪ੍ਰੈਸ ਕਰਨੇ। ਉਸਦੇ ਅਦਰ ਹੈਂਡ ਜਿਹਦਾ ਕਾਇਰੋ ਹੈ, ਜਿਹੜੀ ਅਸੀਂ ਮਸਾਜ ਥੈਰੇਪੀਜ਼ ਹੁੰਦੀਆਂ ਕਿ ਕਿਹੜੇ ਕਿਹੜੇ ਟਿਸ਼ੂਜ਼ ਬ੍ਰੇਕਅਪ ਹੋ ਗਏ ਉਹਨੂੰ ਕਿੱਦਾਂ ਮਸਾਜ ਕਰਕੇ ਅਸੀਂ ਉਹਨੂੰ ਸਟੇਬਲ ਕਰਨਾ, ਹੈ ਨਾ। ਇਹ ਚੀਜ਼ਾਂ ਆਯੁਰਵੇਦ ਦੇ ਕਨੈਕਟਡ ਹੈ। ਹੁਣ ਜੇ ਅਸੀਂ ਸੋਚੀਏ ਵੀ ਯਾਰ ਕਿਹੜੀ ਪੈਥੀ ਪਹਿਲਾਂ ਹੀ ਕਿਹੜੀ ਬਾਅਦ 'ਚ ਆਈ, ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਜਗ ਜ਼ਾਹਿਰ ਹੈ ਕਿ ਸਭ ਤੋਂ ਪੁਰਾਣੀ ਪੱਧਤੀ ਰਿਸ਼ੀਆਂ ਮੁਨੀਆਂ ਦੇ ਟਾਈਮ ਦੀ ਆਯੁਰਵੇਦ ਹੀ ਚੱਲਦੀ ਆ ਰਹੀ। ਹਿਸਟਰੀ ਪੜ੍ਹੋ, ਜਦੋਂ ਯੁੱਧ ਹੋਇਆ ਥਾ ਤਾਂ ਸਾਡੇ ਜਿਹੜੇ ਅਗਨੀਵੇਸ਼ ਜੀ ਸੀ ਉਹਨਾਂ ਨੇ ਉਹ ਬੱਕਰੇ ਦਾ ਸਿਰ ਲਗਾਤਾ ਥਾ ਰਾਜੇ ਦੇ, ਦੈਟ ਇਜ਼ ਸਰਜਰੀ, ਹੈ ਨਾ। ਉਹ ਸ਼ल्य ਚਿਕਿਤਸਾ, ਉਹ ਜਦ ਜੇ ਸਰਜਰੀ ਹੋਣਾ ਤਾਂ ਉਹ ਨਹੀਂ ਕਿੱਦਾਂ ਲਾਤਾ। ਦੈਟ ਇਜ਼ ਜਿਹੜੀ ਇਹ ਪ੍ਰੋਬਲਮ ਚੀਜ਼ਾਂ ਹੈ ਜਿਹੜੀਆਂ ਅਸੀਂ ਉਸ ਟਾਈਮ ਦੀਆਂ ਸੁਣਦੇ ਆ ਰਹੇ ਹਾਂ, ਗ੍ਰੰਥਾਂ 'ਚ ਮੈਨਸ਼ਨਡ ਹੈ। ਸਾਡੇ ਆਚਾਰਿਆ ਵਾਗਭਟ ਹੈ, ਚਰਕ ਹੈ, ਇਹਨਾਂ ਨੇ ਜਿਹੜੀਆਂ ਬੁੱਕਸ ਲਿਖੀਆਂ ਵਾ, ਸਿਧਾਂਤ ਲਿਖੇ, ਸਭ ਕੁਛ ਉਹਨਾਂ ਵਿੱਚ ਮੈਨਸ਼ਨਡ ਹੈ। ਸਾਡੀ ਦਿਨਚਰਿਆ, ਰਿਤੂਚਰਿਆ, ਐਵਰੀ ਮੂਵਮੈਂਟ, ਐਵਰੀ ਬੋਡੀ ਨੂੰ ਅਸੀਂ ਕਿੱਦਾਂ ਕਿਸ ਸੀਜ਼ਨ 'ਚ ਕਿੱਦਾਂ ਸਟੇਬਲ ਕਰਨਾ, ਉਹ ਸਭ ਕੁਛ ਆਯੁਰਵੇਦ 'ਚ ਮੈਨਸ਼ਨਡ ਹੈ। ਸਾਡਾ ਰਹਿਣ ਸਹਿਣ, ਸਾਡਾ ਖਾਣ ਪੀਣ, ਕਿਸ ਰਿਤੂ 'ਚ ਅਸੀਂ ਕਿੱਦਾਂ ਰਹਿਣਾ, ਆਪਣੇ ਆਪ ਨੂੰ ਸਟੇਬਲ ਰੱਖਣਾ। ਜਦੋਂ ਸਾਡੀ ਬੋਡੀ 'ਚ ਆਯੁਰਵੇਦ ਕਹਿੰਦਾ ਵੀ ਵਾਤ ਪਿੱਤ ਕਫ ਜਿਹੜੀ ਸਾਡੀ ਤਿੰਨ ਪ੍ਰਕਿਰਤੀਆਂ, ਸਾਡੀ ਅਗਰ ਬੋਡੀ ਸਟੇਬਲ ਹੈ ਤਾਂ ਅਸੀਂ ਨਿਰੋਗ ਹੈ। ਜੇ ਇਹ 'ਚ ਕੁਛ ਵੀ ਵਿਸ਼ੇਟ ਹੁੰਦਾ ਹੈ ਤਾਂ ਅਸੀਂ ਰੋਗੀ ਬਣ ਜਾਂਦੇ। ਉਹਨੂੰ ਨਿਰੋਗ ਰੱਖਣ ਵਾਸਤੇ ਆਯੁਰਵੇਦ, ਚਲੋ ਦੇਖੋ ਪੈਥੀ ਦਾ ਕੰਮ ਹੈ ਟਰੀਟਮੈਂਟ ਕਰਨਾ, ਹੈ ਨਾ, ਲੇਕਿਨ ਆਯੁਰਵੇਦ ਇੱਕ ਐਸੀ ਪੈਥੀ ਹੈ ਜਿਹਦੇ ਵਿੱਚ ਟਰੀਟਮੈਂਟ ਤਾਂ ਬਾਅਦ 'ਚ ਹੈ, ਬਹੁਤ ਅਖੀਰ 'ਚ ਲਿਖਿਆ ਵਾ। ਉਸ ਤੋਂ ਪਹਿਲਾਂ ਉਹ ਕਹਿੰਦੇ ਵੀ ਤੁਸੀਂ ਨਿਰੋਗ ਰਹੋ, ਤੁਸੀਂ ਰੋਗੀ ਬਣੋ ਹੀ ਨਾ। ਤੁਸੀਂ ਆਪਣੇ ਆਪ ਨੂੰ ਇੱਦਾਂ, ਆਪਣੇ ਆਪ ਨੂੰ ਆਪਣੀ ਡਾਈਟ, ਆਪਣੇ ਸੀਜ਼ਨ ਦੇ ਹਿਸਾਬ ਨਾਲ, ਰਿਤੂਚਰਿਆ, ਦਿਨਚਰਿਆ, ਉਹਨੂੰ ਇੱਦਾਂ ਆਪਣਾ ਅਸੀਂ ਇੱਕ ਫੋਲੋ ਕਰੋ ਤੁਸੀਂ, ਜਿਹਦੇ ਨਾਲ ਕਿ ਤੁਹਾਡੀ ਜਿਹੜੀ ਇਨ ਫਿਊਚਰ ਵੀ ਤੁਹਾਨੂੰ ਕੋਈ ਪ੍ਰੋਬਲਮ ਇੱਦਾਂ ਦੀ ਕ੍ਰੀਏਟ ਹੋਵੇ ਹੀ ਨਾ। ਇਮਿਊਨਿਟੀ ਬੋਡੀ ਸਟਰੋਂਗ ਹੋਵੇ, ਅਗਰ ਇਮਿਊਨਿਟੀ ਬੋਡੀ ਸਟਰੋਂਗ ਹੋਵੇ ਤਾਂ ਅਸੀਂ ਆਪਣੇ ਆਪ ਜੋ ਵੀ ਇਨਫੈਕਸ਼ਨ ਹੈ ਅਸੀਂ ਉਹਨਾਂ ਨਾਲ ਲੜ ਸਕਦੇ, ਅਸੀਂ ਡਿਜ਼ੀਜ਼ ਨਾਲ ਲੜ ਸਕਦੇ। ਇਸ ਕਰਕੇ ਤਿੰਨੋਂ ਪੈਥੀਆਂ 'ਚੋਂ ਬੈਟਰ, ਦੇਖੋ ਮੈਂ ਉਹੀ ਗੱਲ ਕੀਤੀ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਆਯੁਰਵੇਦ ਦੀ ਬੈਸਟ ਹੈ, ਲੇਕਿਨ ਤਿੰਨੋਂ ਪੈਥੀਆਂ ਦਾ ਆਪਣਾ ਆਪਣਾ ਇੱਕ ਰੋਲ ਹੈ। ਜਿੱਥੇ ਐਲੋਪੈਥੀ ਨੇ ਕੰਮ ਕਰਨਾ ਉੱਥੇ ਐਲੋਪੈਥੀ ਯੂਜ਼ ਹੋਣੀ, ਉੱਥੇ ਐਲੋਪੈਥੀ ਨੇ ਹੀ ਯੂਜ਼ ਕਰਨਾ। ਮੈਂ ਤੁਹਾਨੂੰ ਉਹੀ ਪਹਿਲਾਂ ਗੱਲ ਕੀਤੀ ਵੀ ਅਗਰ ਰੋਡ ਸਾਈਡ ਐਕਸੀਡੈਂਟ ਹੋ ਜਾਵੇ ਉੱਥੇ ਅਸੀਂ ਆਯੁਰਵੇਦ ਥੋੜ੍ਹਾ ਨਾ ਦੇ ਸਕਦੇ, ਜਾਂ ਕਿਸੇ ਬੰਦੇ ਨੂੰ ਇੰਸਟੈਂਟ MI ਹੋ ਜਾਵੇ, ਹਾਰਟ ਅਟੈਕ ਹੋ ਜਾਵੇ, ਉੱਥੇ ਅਸੀਂ ਆਯੁਰਵੇਦ ਟਰੀਟ ਕਰੂੰਗੇ ਤਾਂ ਪੇਸ਼ੈਂਟ ਜ਼ਿਆਦਾ ਲੱਗਣਾ, ਹੈ ਨਾ। ਡਾਕਟਰ ਸਾਹਿਬ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਐਲੋਪੈਥੀ ਹੈ ਇਹ ਜਦ ਐਲੋਪੈਥੀ ਆਈ ਤਾਂ ਬਿਮਾਰੀਆਂ ਇਹਦੇ ਨਾਲ ਹੋਰ ਆਈਆਂ। ਹਾਂ, ਉਹਦਾ ਰੀਜ਼ਨ ਕਿਆ ਹੈ ਕਿ ਕਿਸੇ ਬਿਮਾਰੀ ਨੂੰ ਹਟਾਉਣ ਵਾਸਤੇ ਕੋਈ ਨਾ ਕੋਈ ਅਗਰ ਮੈਡੀਸਨ, ਐਲੋਪੈਥੀ ਮੈਡੀਸਨ 'ਚ ਟਰੀਟਮੈਂਟ ਆਪਾਂ ਕੀ ਕਰਦੇ, ਜਿਹੜੀ ਮੈਡੀਸਨਸ ਪ੍ਰੀਪੇਅਰ ਕੀਤੀਆਂ ਹੋਈਆਂ ਕਿੱਥੋਂ, ਇਹ ਕੈਮੀਕਲ ਕੰਪੋਜੀਸ਼ਨਸ ਹੈ। ਫੋਰ ਐਗਜ਼ਾਮਪਲ ਪੈਰਾਸੀਟਾਮੋਲ ਹੈ, ਵੋਵਰੋਨ ਹੈ, ਜਾਂ ਕੋਈ ਐਂਟੀਬਾਇਓਟਿਕਸ ਹੈ, ਉਹ ਕੈਮੀਕਲ ਕੰਪੋਜੀਸ਼ਨਸ ਹੈ ਨਾ। ਉਹਦੇ 'ਚ ਕਿਆ ਹੈ ਕਿ ਅਸੀਂ ਇੱਕ ਬਿਮਾਰੀ ਨੂੰ ਕਵਰ ਕਰਦੇ ਕਰਦੇ ਫੋਰ ਅ ਟਾਈਮ, ਅਸੀਂ ਇਹ ਨਹੀਂ ਕਹਿੰਦੇ ਵੀ ਹਾਂਜੀ ਜੀ ਵੀ ਹਰ ਇੱਕ ਜੇ ਅਸੀਂ ਬੁਖਾਰ ਨੂੰ ਲਾਉਣ ਲੱਗੇ ਤਾਂ ਮੋਸ਼ਨ ਲੱਗ ਜਾਣੇ, ਇੱਦਾਂ ਕੁਛ ਨਹੀਂ ਹੈ। ਕਿਆ ਹੁੰਦਾ ਕਿ ਜਿੰਨਾ ਲੌਂਗ ਟਰੀਟਮੈਂਟ ਹੈ, ਲੌਂਗ ਮੈਡੀਸਨਸ, ਆਪਾਂ ਕੋਈ ਵੀ ਐਲੋਪੈਥੀ ਮੈਡੀਸਨ ਲੌਂਗ ਟਰੀਟਮੈਂਟ ਲਵਾਂਗੇ ਤਾਂ ਉਹਨੂੰ ਕਿਤੇ ਨਾ ਕਿਤੇ ਸਿਸਟਮ ਨੂੰ ਸਹੀ ਕਰਦੇ ਕਰਦੇ ਦੂਜੇ ਸਿਸਟਮ ਪਰ ਇਫੈਕਟ ਪਾਉਣਾ। ਫੋਰ ਐਗਜ਼ਾਮਪਲ ਜੇ ਅਸੀਂ ਹਾਰਟ ਪੇਸ਼ੈਂਟ ਨੂੰ ਕੋਈ ਰੈਗੂਲਰ ਹਾਰਟ ਦੀ ਮੈਡੀਸਨ ਲੈ ਰਹੇ ਔਰ ਉਹ ਪ੍ਰੋਪਰ ਡਾਕਟਰ ਦੇ ਚੈੱਕਅਪ ਫੋਲੋ ਨਹੀਂ ਕਰ ਰਿਹਾ ਹੈ, ਉਹ ਆਪਣੀ ਮਰਜ਼ੀ ਨਾਲ ਮੈਡੀਸਨ ਖਾਈ ਜਾ ਰਿਹਾ, ਐਲੋਪੈਥੀ ਜਲ ਵੀ ਖਾਈ ਜੋ, ਕੋਈ ਚੱਕਰ ਨਹੀਂ, ਡਾਕਟਰ ਨੂੰ ਦਿਖਾ ਲੂੰਗੇ, ਉਹ ਗਲਤ ਹੈ। ਆਉਣ ਵਾਲਾ ਟਾਈਮ ਕੁਛ ਟਾਈਮ ਬਾਅਦ ਜ਼ਿਆਦਾ ਦਿੱਕਤ ਆਉਣ ਲੱਗ ਪੈਂਦੀ ਕਿ ਉਹ ਕਿਡਨੀਆਂ 'ਤੇ ਇਫੈਕਟ ਕਰਨ ਲੱਗ ਪੈਂਦੀ। ਡਾਇਬਟਿਕ ਦੀ ਜਿਹੜੀ ਐਲੋਪੈਥੀ ਮੈਡੀਸਨ ਹੈ, ਉਹੀ ਗੱਲ ਹੁਣ ਗੱਲ ਦੀ ਗੱਲ ਕਰਨ ਲੱਗਾ ਕਿ ਲੋਕਾਂ ਨੂੰ ਇੱਕ ਉਹ ਤਾਂ ਅੱਜ ਕੱਲ੍ਹ ਬੜੀ ਉਹ ਪ੍ਰੋਬਲਮਸ ਹੈ। ਲੋਕ ਕੀ ਕਰਦੇ ਕਿ ਡਾਇਬਟਿਕ ਪੇਸ਼ੈਂਟ ਹੈ, ਦੇਖੋ ਡਾਇਬਟੀਜ਼ ਹੈ ਉਹ ਸਾਡਾ ਰਹਿਣ ਸਹਿਣ ਨਾਲ, ਸਾਡੀ ਇਹਨੂੰ ਇੱਕ ਸ਼ਾਹੀ ਆਯੁਰਵੇਦ 'ਚ ਥਾਇਰਾਇਡ ਹੈ, ਡਾਇਬਟੀਜ਼ ਹੈ, ਇਹਨਾਂ ਨੂੰ ਸ਼ਾਹੀ ਬਿਮਾਰੀ ਗਿਣਦੇ, ਹੈ ਨਾ। ਉਹਦੇ 'ਚ ਕਿਹਾ ਕਿ ਸਾਡੇ ਰਹਿਣ ਸਹਿਣ ਨਾਲ ਸਾਨੂੰ ਪ੍ਰੋਬਲਮਸ ਹੁੰਦੀਆਂ। ਹੁਣ ਡਾਇਬਟਿਕ ਪੇਸ਼ੈਂਟ ਹੈ, ਉਹ ਕਿਆ ਸੋਚਦਾ ਵੀ ਯਾਰ ਕੋਈ ਨਹੀਂ, ਚਲੋ ਮਿੱਠਾ ਖਾ ਲੈਂਦੇ ਹਾਂ, ਕੋਈ ਦਿੱਕਤ ਨਹੀਂ, ਵੀ ਮੈਂ ਗੋਲੀ ਖਾ ਲੈਂਦਾ ਹੈ। ਰੋਂਗ। ਅਸੀਂ ਇੱਕ ਪਾਸੇ ਦਾ ਪਰਹੇਜ਼ ਨਹੀਂ ਰੱਖਿਆ ਕਰਦੇ, ਸ਼ੂਗਰ ਲੈਵਲ ਬੋਡੀ 'ਚ ਵਧਾ ਰਹੇ ਹੈ। ਦੂਸਰੇ ਅਦਰ ਹੈਂਡ ਅਸੀਂ ਇੰਨੀ ਜ਼ਿਆਦਾ ਇੰਸਟੈਂਟ ਮੈਡੀਸਨ ਐਲੋਪੈਥੀ ਲੈ ਰਹੇ, ਉਹ ਇੱਕ ਟਾਈਮ ਇੱਦਾਂ ਦਾ ਜਾਂਦਾ ਕਿ ਉਹ ਮੈਡੀਸਨ ਇਫੈਕਟ ਕਰਨਾ ਬੰਦ ਕਰ ਦਿੰਦੀ। ਸੈਕਿੰਡਲੀ ਬੰਦਾ ਇਨਸੂਲਿਨ ਪਰ ਹੋ ਜਾਂਦਾ, ਹੈ ਨਾ। ਉਹ ਜਦੋਂ ਇਨਸੂਲਿਨ ਮੈਟਫੋਰਮਿਨ ਹੈ, ਜਿਹੜਾ ਆਯੁਰਵੇਦ ਐਲੋਪੈਥੀ ਦਾ ਜਿਹੜਾ ਮੈਟਫੋਰਮਿਨ ਸਾਲਟ ਹੈ ਜਾਂ ਗਲੇਮੀਪ੍ਰੇਡ ਹੈ, ਜੋ ਵੀ ਸਾਲਟਸ ਹੈ, ਇਹ ਕੀ ਕਰਦਾ ਕਿ ਕੁਛ ਟਾਈਮ ਤੱਕ ਇਨਹਿਬਿਟਰਸ
ਇਨਹਿਬਿਟਰਸ ਹੁੰਦੇ, इंसुलिन लेवल ਨੂੰ ਇਨਹਿਬਿਟ ਕਰਨਾ, ਲੇਕਿਨ ਕਿਤੇ ਨਾ ਕਿਤੇ ਨੂੰ ਕਿਡਨੀਜ਼ ਪਰ ਇਫੈਕਟ ਕਰਨ ਲੱਗ ਪੈਣਾ, ਯੂਰਿਨ ਦੇ ਫਲੋ ਪਰ ਦਿੱਕਤ ਕ੍ਰੀਏਟ ਕਰਨ ਲੱਗ ਪੈਣੀ। ਉਹ ਉੱਥੇ ਗੱਲ ਆ ਗਈ ਨਾ ਵੀ ਜੇ ਅਸੀਂ ਪਰਹੇਜ਼ ਰੱਖਾਂਗੇ, ਆਯੁਰਵੇਦ ਕਿਆ ਕਹਿੰਦਾ ਵੀ ਯਾਰ ਮੈਡੀਸਨ ਤੁਸੀਂ ਬਾਹਰ ਲਓ, ਪਹਿਲਾਂ ਆਪਣੇ ਆਪ ਨੂੰ ਪਰਹੇਜ਼ ਰੱਖੋ, ਆਪਣੀ ਬੋਡੀ ਆਪਣੇ ਇੱਕ ਸਿਸਟਮ ਦਿਨਚਰਿਆ ਨੂੰ ਸਟੇਬਲ ਕਰੋ, ਕਿ ਜੋ ਤੁਹਾਡਾ ਖਾਣ ਪੀਣਾ ਰਹਿਣ ਸਹਿਣ ਉਹਨੂੰ ਸਟੇਬਲ ਕਰੋ, ਡਾਇਬਟਿਕ ਦਾ ਲੈਵਲ ਆਪਣੇ ਆਪ ਅੱਧਾ ਨੀਚੇ ਆ ਜਾਣਾ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜੇ ਆਪਾਂ ਇਨਸਟੈਂਟ ਰਿਲੀਫ ਲੈਣਾ ਤਾਂ ਐਲੋਪੈਥੀ ਬੈਸਟ ਹੈ, ਪਰ ਜੇ ਆਪਾਂ ਕਿਉਰ ਚੱਕਣਾ ਪੂਰਾ ਜੜ ਤੋਂ ਚੱਕਣੀ ਬਿਮਾਰੀ ਤਾਂ ਹੋਮਿਓਪੈਥੀ ਔਰ ਆਯੁਰਵੈਦਿਕ। ਹਾਂ ਬਿਲਕੁਲ ਸਹੀ। ਜੇ ਦੇਖੋ ਇੰਸਟੈਂਟ ਰਿਲੀਫ ਹੈ, ਹੁਣ ਮੈਂ ਉਹੀ ਤੁਹਾਨੂੰ ਪ੍ਰੋਬਲਮ ਦੱਸ ਕੇ ਵੀ ਕੋਈ ਨਾ ਕੋਈ ਐਮਰਜੈਂਸੀ ਅਗਰ ਕੋਈ ਕੇਸ ਆਉਂਦਾ ਹੈ ਤਾਂ ਉੱਥੇ ਐਲੋਪੈਥੀ ਫੋਲੋ ਹੀ ਕਰਨਾ ਪਏਗਾ ਜੇ ਆਪਾਂ ਸਟੇਬਲ ਹੋਣਾ ਹੈ। ਅਗਰ ਉਹ ਸਾਨੂੰ ਡਿਜ਼ੀਜ਼ ਬਹੁਤ ਪੁਰਾਣੀ ਹੈ, ਲੰਬਾ ਲੌਂਗ ਟਰੀਟਮੈਂਟ ਚੱਲਣਾ, ਸਪੋਜ਼ ਕਰੋ ਅਰਥਰਾਈਟਸ ਹੈ, ਡਾਇਬਟੀਜ਼ ਹੈ, ਥਾਇਰਾइड ਹੈ, BP ਹੈ, ਜਾਂ ਆਪਾਂ ਕੋਈ ਜੁਆਇੰਟ ਪੇਨ ਦੇ ਰਿਲੇਟਡ ਹੋਰ ਪ੍ਰੋਬਲਮ ਆਸਟੀਓਆਰਥਰਾਈਟਸ ਹੈ, ਕੋਈ ਕਿਡਨੀ ਪ੍ਰੋਬਲਮਸ ਹੈ, ਉਹਦੇ ਵਿੱਚ ਜਾਂ ਹੋਮੋਪੈਥੀ ਜਾਂ ਆਯੁਰਵੈਦਿਕ ਹੀ ਬੈਨੀਫੀਸ਼ੀਅਲ ਹੈ ਔਰ ਬੈਨੀਫਿਟ ਹੀ ਦੇਗਾ। ਡਾਕਟਰ ਸਾਹਿਬ ਇਹ ਤਾਂ ਤਿੰਨ ਪੱਤੀਆਂ ਤੁਸੀਂ ਦੱਸਤੀਆਂ, ਐਕੂਪ੍ਰੈਸ਼ਰ ਤੁਸੀਂ ਦੱਸਤਾ ਕਿ ਆਯੁਰਵੈਦਿਕ ਦਾ ਪਾਰਟ ਹੈ। ਆਯੁਰਵੇਦ ਦੇ ਇਹਦੇ ਇਲਾਵਾ ਹੋਰ ਕਿਹੜੇ ਪਾਰਟਸ ਹੈ ਜਿਹੜੇ ਅਸੀਂ ਅਲੱਗ ਕਰਕੇ ਦੇਖਦੇ ਹਾਂ ਪਰ ਹੈ ਬੇਸਿਕਲੀ ਆਯੁਰਵੇਦ? ਦੇਖੋ ਆਯੁਰਵੇਦ ਦੇ ਲਿੰਕਡ ਜਿਹੜੀਆਂ ਚੀਜ਼ਾਂ ਦੇ ਯੂਨਾਨੀ ਹੈ, ਯੂਨਾਨੀ ਵੀ ਆਯੁਰਵੇਦ ਦਾ ਹੀ ਇੱਕ ਪਾਰਟ ਹੈ। ਉਸ ਦੇ ਵਿੱਚ ਕੀ ਹੁੰਦਾ ਕਿ ਉਹਦਾ ਪ੍ਰੋਸੀਜਰ ਥੋੜ੍ਹੇ ਜਿੱਦਾਂ ਮੈਡੀਸਨਸ ਦੀ ਪ੍ਰੈਪਰੇਸ਼ਨ ਅਲੱਗ ਤਰੀਕੇ ਨਾਲ ਹੈ, ਉਹ ਯੂਨਾਨ ਵਾਲਿਆਂ ਨੇ ਉਹਨੂੰ ਐਕਸਪਲੋਰ ਕੀਤਾ, ਲੇਕਿਨ ਦੈਟ ਇਜ਼ ਦਾ ਪਾਰਟ ਆਫ ਆਯੁਰਵੇਦਾ। ਉਹ ਜਿੱਦਾਂ ਮੈਂ ਕਿਹਾ ਵੀ ਹੋਮੋਪੈਥੀ ਇਜ਼ ਆਲਸੋ ਅ ਪਾਰਟ ਆਫ ਆਯੁਰਵੇਦਾ, ਇੱਕ ਸੇਮ ਪद्धਤੀ ਹੈ, ਲੇਕਿਨ ਉਹ ਜਰਮਨ ਰੈਕਮੈਂਡਡ ਹੈ। ਜਰਮਨ ਦੇ ਡਾਕਟਰਸ ਨੇ ਉਹਨਾਂ ਨੂੰ ਮੈਡੀਸਨ ਦੀ ਪ੍ਰੈਪਰੇਸ਼ਨ ਕਰਕੇ ਉਹਨੂੰ ਐਕਸਟ੍ਰੈਕਟ ਫਾਰਮ 'ਚ ਇੰਟਰੋਡਿਊਸ ਕੀਤਾ, ਉਹਨੂੰ ਹੋਮੋਪੈਥੀ ਥੈਰੇਪੀ ਸ਼ੁਰੂ ਕਰਨਾ ਪਏ। ਉਹਦੇ ਅਦਰ ਐਂਡ ਐਕਿਊਪ੍ਰੈਸ਼ਰ ਹੈ, ਉਸ ਤੋਂ ਬਾਅਦ ਮਸਾਜ ਥੈਰੇਪੀਜ਼ ਆਉਂਦੀ, ਮਰਮ ਚਿਕਿਤਸਾ ਆਉਂਦੀ, ਅੱਜ ਕੱਲ੍ਹ ਕਾਇਰੋਪ੍ਰੈਕਟਰ ਬਹੁਤ, ਹਾਂ ਮੈਂ ਹੁਣ ਟੌਪਿਕ 'ਤੇ ਗੱਲ ਆਈ, ਕਾਇਰੋਪ੍ਰੈਕਟਰਸ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਬਹੁਤ ਅਪਡੇਟ ਸੋਸ਼ਲ ਮੀਡੀਆ 'ਤੇ ਬਹੁਤ ਕਾਇਰੋਪ੍ਰੈਕਟਰ, ਅੱਜ ਕੱਲ੍ਹ ਕਾਇਰੋਪ੍ਰੈਕਟਰ ਥੈਰੇਪੀਜ਼ ਬਹੁਤ ਚੱਲੀਆਂ ਵਾ, ਹੈ ਨਾ। ਕਾਇਰੋਪ੍ਰੈਕਟਰਸ ਕਿਆ ਹੈ, ਉਹ ਆਪਣੀ ਹਿਸਟਰੀ ਚਲੇ ਜਾਓ, ਸਿਆਣੇ ਨਾ ਉਹ ਵੈਦ ਹਕੀਮਸ ਹੁੰਦੇ ਸੀ ਨਾ ਜਿਹੜੇ ਪਿੰਡਾਂ 'ਚ ਪੁਰਾਣੇ ਜ਼ਮਾਨੇ 'ਚ, ਉਹ ਕਿਆ ਕਰਦੇ ਜਿੱਦਾਂ ਮੋਚ ਆ ਜਾਂਦੀ ਸੀ ਤਾਂ ਕੋਈ ਬਾਂਹ ਉੱਤਰ ਜਾਂਦੀ ਸੀ ਤਾਂ ਉਹਨੂੰ ਨਾ ਉਹਦੀ ਸੈਟਿੰਗ ਕਰਕੇ ਬੋਨਸ ਦੀ ਸਟੇਬਿਲਿਟੀ ਕਰਕੇ ਨਾ ਉਹਨੂੰ ਜੋੜ ਦਿੰਦੇ ਸੀ, ਹੈ ਨਾ। ਬਿਲਕੁਲ ਬਿਲਕੁਲ। ਤਾਂ ਪਲਾਸਟਰਸ ਤਾਂ ਨਹੀਂ ਹੁੰਦੇ ਨਾ, ਤਾਂ ਉਹ ਜੋੜ ਦਿੰਦੇ, ਦੈਟ ਇਜ਼ ਕਾਇਰੋਪ੍ਰੈਕਟਰ। ਹੁਣ ਉਹ ਅੱਜ ਕੱਲ੍ਹ ਉਹਨੂੰ ਮਾਡਰਨ ਨੇਮ ਦੇ ਕੇ ਉਹਨੂੰ ਕਾਇਰੋਪ੍ਰੈਕਟਰਸ ਦਾ ਨਾਮ ਦਿੱਤਾ ਵਾ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਜਦ ਕੋਈ ਆਪਣੀ ਚੀਜ਼ ਨਵੇਂ ਲਿਫਾਫੇ 'ਚ ਪੈ ਕੇ ਆ ਕੇ ਦੇ ਦੀ ਤਾਂ ਸਾਨੂੰ ਬਹੁਤ ਅਟਰੈਕਟ ਲੱਗਦੀ, ਪਰ ਜਦ ਅਸੀਂ ਪੜ੍ਹਾਈ ਕਰਦੇ ਤਾਂ ਨਿਕਲਦੀ ਸਾਡੀ ਹੈ। ਬਿਲਕੁਲ ਸਹੀ ਹੈ। ਜੇ ਹੁਣ ਦੇਖੋ ਡਾਈਟੀਸ਼ੀਅਨ ਅੱਜ ਕੱਲ੍ਹ ਬਹੁਤ ਡਾਈਟੀਸ਼ੀਅਨਸ ਬਹੁਤ ਚੱਲੇ ਵੇ। ਡਾਈਟੀਸ਼ੀਅਨ ਕਿਆ ਕਰ ਰਹੇ, ਇੱਕ ਨੈਚੁਰੋਪੈਥੀ ਸਿਸਟਮ ਜੋ ਆਯੁਰਵੇਦ ਐਸੇ ਵੀ ਮੈਂ ਤੁਹਾਨੂੰ ਦੱਸਿਆ ਨਾ ਵੀ ਦਿਨਚਰਿਆ ਸਾਡਾ ਰਹਿਣ ਸਹਿਣ ਸਾਡਾ ਖਾਣ ਪੀਣ, ਹੈ ਨਾ। ਉਹ ਜਦ ਤਾਂ ਅਸੀਂ ਕਿਸੇ ਬੰਦੇ ਨੂੰ ਸਲਾਹ ਦਿੰਦੇ ਜਾਂ ਰੈਕਮੈਂਡ ਕਰਦੇ ਜਾਂ ਪੇਸ਼ੈਂਟ ਨੂੰ ਰੈਕਮੈਂਡ ਕਰਦੇ ਤੇ ਤਾਂ ਸੋਚਦੇ ਯਾਰ ਕੋਈ ਨਹੀਂ, ਅੱਛਾ ਦੇਖਦੇ ਹਾਂ, ਉਹਨੂੰ ਮਾਡਰਨ ਤਰੀਕਾ ਦੇਤਾ, ਉਹ ਨਵੇਂ ਲਿਫਾਫੇ 'ਚ ਪੈ ਕੇ ਆ ਗਏ ਡਾਈਟੀਸ਼ੀਅਨਸ। ਉਹ ਮਾਰਾ ਡਾਈਟੀਸ਼ੀਅਨ ਇੱਕ ਡਾਈਟ ਚਾਰਟ ਬਣਾਉਂਦੇ, 5-6 ਹਜ਼ਾਰ ਰੁਪਏ ਮਹੀਨੇ ਦਾ ਲੈਂਦੇ, ਉਹ ਲੋਕ ਫੋਲੋ ਕਰ ਰਹੇ, ਵੇਟ ਰਿਡਿਊਸ ਹੋ ਰਿਹਾ ਜੀ, ਪ੍ਰੋਬਲਮਸ ਕਵਰ ਹੋ ਰਹੀਆਂ, ਦੈਟ ਇਜ਼ ਦਾ ਅਨਦਰ ਟਰੀਟਮੈਂਟ। ਨੋ, ਇਹ ਸਭ ਕੁਛ ਜਿਹੜਾ ਹੈ, ਮੈਂ ਅੱਜ ਵੀ ਤੁਹਾਨੂੰ ਕਹਿੰਦਾ, ਚਲੋ ਬੁੱਕਸ ਦੇਖੋ ਹਰ ਗ੍ਰੰਥ ਕਿਸੇ ਕੋਲ ਅਵੇਲੇਬਲਸ ਨਹੀਂ ਹੁੰਦੇ, ਕਿਉਂਕਿ ਸਾਡੀ ਤਾਂ ਲਾਈਨ ਤਾਂ ਇਹ ਚੀਜ਼ਾਂ ਸਾਡੇ ਕੋਲ ਤਾਂ ਹੈ ਹੀ ਹੈ। ਵੈਸੇ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਇੰਸਟਾ ਗੂਗਲ ਪਰ ਜਾਓ, ਤੁਸੀਂ ਉੱਥੇ ਪੜ੍ਹੋ ਵੀ ਆਯੁਰਵੇਦ ਕਿਆ ਹੈ ਔਰ ਡਾਈਟੀਸ਼ੀਅਨਸ ਔਰ ਆਯੁਰਵੇਦ ਦਾ ਕਿਆ ਰੋਲ ਹੈ, ਆਯੁਰਵੇਦ ਵਿੱਚ ਕਿੰਨੀ ਪੁਰਾਣੀ ਪੈਥੀ ਨਾਲ ਕਿੱਦਾਂ ਟਰੀਟਮੈਂਟ ਸ਼ੋਅ ਕੀਤੇ ਹੋਏ ਨਹੀਂ, ਡਾਈਟੀਸ਼ੀਅਨਸ ਦਾ ਕਿਆ ਡਾਈਟ ਫੋਲੋ ਕਰ ਰਹੇ ਹੈ, ਉਹ ਅੱਗੇ ਆਯੁਰਵੇਦ 'ਚ ਕਿਆ ਰੈਕਮੈਂਡੇਸ਼ਨ ਹੈ, ਇਹ ਸਭ ਕੁਝ ਆਲਰੇਡੀ ਮੈਂਸ਼ਨਡ ਹੈ। ਇਹਦੇ 'ਚ ਅਸੀਂ ਕੁਛ ਤਾਂ ਅਲੱਗ ਨਹੀਂ ਹੈ, ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ, ਲੇਕਿਨ ਕਿਆ ਹੈ ਕਿ ਜਿਹੜਾ ਕਹਿਣ ਦਾ ਮਤਲਬ ਵੀ ਪਿਟਾਰਾ ਜਿਹੜਾ ਹੈ ਨਾ, ਦੈਟ ਇਜ਼ ਜਿਹੜਾ ਕੜਾ ਹੈ, ਦੈਟ ਇਜ਼ ਆਯੁਰਵੇਦਾ। ਉਹਦੇ 'ਚੋਂ ਨਿਕਲ ਕੇ ਮਲਟੀ ਬ੍ਰਾਂਚ ਕੋਈ ਡਾਈਟੀਸ਼ੀਅਨ ਹੈ। ਦੇਖੋ ਜਿਹੜੀ ਵੀ ਪੈਥੀ ਜਿਹਦੇ ਵਾਸਤੇ ਬੈਨੀਫੀਸ਼ੀਅਲ ਦੈਟ ਇਜ਼ ਗੁੱਡ, ਪੇਸ਼ੈਂਟ ਨੂੰ ਰਿਕਵਰ ਹੋਣਾ ਜ਼ਰੂਰੀ ਹੈ। ਮੈਂ ਤਾਂ ਇੱਕ ਕਹਿੰਦਾ ਵੀ ਪੇਸ਼ੈਂਟ ਅਗਰ ਸਟੇਬਲ ਹੈ, ਪੇਸ਼ੈਂਟ ਰਿਕਵਰ ਹੋ ਰਿਹਾ, ਉਹਦੀ ਡਿਜ਼ੀਜ਼ ਸਹੀ ਹੋ ਰਹੀ ਹੈ, ਦੈਟ ਇਜ਼ ਗੁੱਡ ਫॉर ਅਸ। ਤੁਹਾਡਾ ਕਹਿਣਾ ਮਤਲਬ ਡਾਕਟਰ ਸਾਹਿਬ ਕਿ ਸਿੰਪਲ ਜਿਹੀ ਗੱਲ ਹੈਗੀ ਕਿ ਅੱਜ ਜਿਵੇਂ ਅਲੱਗ-ਅਲੱਗ ਡਿਪਾਰਟਮੈਂਟ 'ਤੇ ਅਲੱਗ-ਅਲੱਗ ਸਪੈਸ਼ਲਿਸਟ ਹੈ, ਆਯੁਰਵੇਦ ਇੱਕ ਐਸੀ ਪद्धति ਹੈ ਜਿਹ ਸਭ ਕੁਝ ਘੋਲ ਪੂਲ ਕੇ ਸਭ ਇਕੱਠਾ ਹੀ ਹੈ। ਬਿਲਕੁਲ ਘੋਲ ਕੇ ਇਕੱਠਾ ਨਹੀਂ ਜੀ, ਉਹਦੇ 'ਚੋਂ ਨਿਚੋੜ ਕੇ ਕੱਢਿਆ ਕਰਦੇ। ਆਯੁਰਵੇਦਿਕ ਐਸੀ ਚੀਜ਼ ਹੈ ਜਿਹਦੇ ਸਭ ਕੁਛ ਹੈ, ਜਿੰਨਾ ਤੁਸੀਂ ਡੀਪ ਜਾਓਗੇ ਉਨਾ ਹੀ ਤੁਸੀਂ ਵੱਧ ਪਾਓਗੇ। ਲੇਕਿਨ ਅੱਜ ਦੇ ਟਾਈਮ 'ਚ ਬਸ ਉਹ ਇੱਕ ਬੰਦਾ ਕਹਿੰਦਾ ਵੀ ਇੰਨਾ ਕੁ ਮੈਂ ਮੁੱਠੀ ਕੱਢ ਲਈ ਜੀ, ਮੈਂ ਇੱਧਰ ਨੂੰ ਤੁਰ ਪਿਆ ਜੀ, ਮੈਂ ਮੁੱਠੀ ਕੱਢ ਲਈ, ਮੈਂ ਇੱਧਰ ਚੱਲ ਪਿਆ ਜੀ, ਮੈਂ ਮੁੱਠੀ ਕੱਢ, ਗੱਲਾਂ ਉਹੀ ਹੈ। ਪਰ ਇਹਦੇ ਵਿੱਚ ਆਯੁਰਵੇਦ ਵਿੱਚ ਇਹੀ ਕਹਿੰਦੇ ਵੀ ਤੁਸੀਂ ਆਪਣਾ ਜਿਹੜਾ ਰਹਿਣ ਸਹਿਣ, ਡਾਈਟ ਔਰ ਰਿਤੂਚਰਿਆ, ਦਿਨਚਰਿਆ, ਆਪਣੀ ਜਿਹੜੀ ਸਿਸਟਮ ਹੈ ਡੇਲੀ ਦਾ, ਰੂਟੀਨ ਦਾ, ਆਪਣੀ ਬੋਡੀ ਨੂੰ ਸਟੇਬਲ ਕਰੋ, ਇਮਿਊਨਿਟੀ ਸਟਰੋਂਗ ਕਰੋ, ਵੀ ਇਸ ਡਿਜ਼ੀਜ਼ ਨਾਲ ਲੜਨ ਦੀ ਸਾਡੀ ਜਿਹੜੀ ਇੰਟਰਨਲੀ ਇਮਿਊਨਿਟੀ ਹੈ ਉਹ ਸਟਰੋਂਗ ਹੋਵੇ, ਉਹ ਚੀਜ਼ਾਂ ਕਵਰ ਰਹਿਣੀਆਂ। ਇੱਕ ਆਖਰੀ ਸਵਾਲ ਡਾਕਟਰ ਸਾਹਿਬ,
ਤੁਸੀਂ ਆਯੁਰਵੈਦਿਕ ਡਾਕਟਰ ਹੋ ਜਾਂ ਤੁਸੀਂ ਪੜ੍ਹਾਈ ਕੀਤੀ ਡਿਗਰੀ ਲਈ, ਕਿਆ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਪੜ੍ਹਾਈ ਗਈਆਂ ਜਾਂ ਅਲੱਗ-ਅਲੱਗ ਤਰੀਕੇ ਨਾਲ ਪੜ੍ਹਾਈ ਗਈਆਂ? ਦੇਖੋ ਜੀ, ਗੱਲ ਪਤਾ ਕਹਿੰਦੀ ਵਿੱਦਿਆ ਕਦੀ ਖਤਮ ਨਹੀਂ ਹੁੰਦੀ। ਜਦੋਂ ਅਸੀਂ ਪੜ੍ਹਨਾ ਸ਼ੁਰੂ ਕੀਤਾ ਤਾ ਤਦ ਅਸੀਂ ਸ਼ੁਰੂਆਤ 'ਚ ਥੇ। ਜਦੋਂ ਅਸੀਂ ਡਿਗਰੀ ਕਰਕੇ ਹਟੇ 5 ਸਾਲ 'ਚ ਦੇਖੋ ਸਾਡੇ 3 ਫੇਜ਼ ਹੁੰਦੇ, 5 ਈਅਰ ਦੀ ਸਟੱਡੀ ਹੈ। ਸੇਮ ਐਜ਼ ਇਟ ਇਜ਼ ਐਲੋਪੈਥੀ ਹੋਮੋਪੈਥੀ ਸੇਮ ਸਟੱਡੀਜ਼ ਹੈ, ਬਸ ਇਹ ਹੈ ਕਿ ਸਿਲੇਬਸ ਪੈਟਰਨ ਅਲੱਗ-ਅਲੱਗ ਹੈ। ਤਾਂ ਕਰਦੇ ਕਰਦੇ ਅਸੀਂ ਡਿਗਰੀ ਕਰਕੇ ਆਏ, ਅਸੀਂ ਪ੍ਰੈਕਟਿਸ 'ਚ ਆਏ। ਮੈਂ ਫਿਰ ਵੀ ਗੱਲ ਕਹਿੰਦਾ ਵੀ ਜਦ ਦੇਖੋ ਜਦ ਬੰਦਾ ਡਿਗਰੀ ਕਰਕੇ ਆਉਂਦਾ ਕਹਿੰਦਾ ਜੀ ਮੈਂ ਫੁੱਲਫਿਲ ਡਾਕਟਰ ਬਣ ਗਿਆ। ਮੈਂ ਅੱਜ ਵੀ ਕਹਿੰਦਾ ਮੈਨੂੰ 14 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ। 2007-8 'ਚ ਮੇਰੀ ਡਿਗਰੀ ਕੰਪਲੀਟ ਹੋਈ ਸੀ, ਮੈਨੂੰ 14 ਸਾਲ ਹੋ ਗਏ। ਅੱਜ ਵੀ ਆਈ ਐਮ ਨੋਟ ਅ ਫੁੱਲਫਿਲ ਡਾਕਟਰ। ਕਿਉਂ? ਕਿਉਂਕਿ ਵਿੱਦਿਆ ਜਿਹੜੀ ਹੈ ਕਦੀ ਮੁੱਕ ਨਹੀਂ ਸਕਦੀ। ਤੁਸੀਂ ਅੱਜ ਕਿਤਾਬ ਖੋਲ੍ਹੋਗੇ, ਮੈਂ ਹੁਣ ਨਵੀਂ ਕਿਤਾਬ ਖੋਲ੍ਹਣੀ, ਅਸੀਂ ਕੁਛ ਹੋਰ ਨਵਾਂ ਸਿੱਖਣਾ, ਅਸੀਂ ਕੁਛ ਹੋਰ ਨਵਾਂ ਸਿੱਖਣਾ। ਜਿੱਦਾਂ ਪ੍ਰੈਕਟਿਸ ਸਾਡੇ ਕੋਲ ਪੇਸ਼ੈਂਟ ਆਉਂਦੇ, ਅੱਜ ਦੇ 14 ਸਾਲ ਪਹਿਲਾਂ ਪ੍ਰੋਬਲਮਸ ਦੀ ਇੱਕ ਸਿੰਪਟੋਮੈਟਿਕ ਕਹਿ ਲਓ ਕੋਈ ਅਲੱਗ ਚੀਜ਼ ਸੀ, ਅੱਜ ਕੁਛ ਨਵੀਂ। ਹੁਣ 2 ਸਾਲ ਪਹਿਲਾਂ ਕਰੋਨਾ ਆ ਗਿਆ ਜੀ, ਕਦੀ ਪਹਿਲਾਂ ਜ਼ਿੰਦਗੀ ਥਾ ਕਰੋਨਾ? ਨਹੀਂ ਥਾ ਨਾ। ਆਣ ਦੇਖੋ ਹਰ ਟਾਈਮ ਸਿਸਟਮ ਇਨਵਾਇਰਮੈਂਟਸ ਕੁਛ ਨਾ ਕੁਛ ਨया ਐਡੀਸ਼ਨ ਹੁੰਦਾ, ਔਰ ਉਸ ਚੀਜ਼ਾਂ ਜੇ ਅਸੀਂ ਆਯੁਰਵੇਦ ਨੂੰ ਫਰੋਲੂਗੇ ਦੈਟ ਇਜ਼ ਇਨਫੈਕਸ਼ਨ ਵਾਇਰਸ। ਇਹ ਕਿਤੇ ਨਾ ਕਿਤੇ ਆਯੁਰਵੇਦ ਮੈਂਸ਼ਨਡ ਹੈ ਵੀ ਕਿਹੜਾ ਵਾਇਰਸ ਕਿੱਥੇ, ਉਹਨੂੰ ਕਿੱਦਾਂ ਟਰੀਟ ਕਰਨਾ। ਬਸ ਇਹੀ ਹੈ ਵੀ ਆਪਣਾ ਫੋਕਸ ਔਨ ਸਟੱਡੀ, ਫੋਕਸ ਔਨ ਸਾਡੀ ਪ੍ਰੈਕਟਿਸ, ਕਿ ਅਸੀਂ ਇਹਨੂੰ ਕਿੱਦਾਂ ਗੇਨ ਕਰੀਏ। ਜਿੰਨਾ ਅਸੀਂ ਪੜ੍ਹਾਂਗੇ, ਜਿੰਨਾ ਅਸੀਂ ਪ੍ਰੈਕਟੀਕਲੀ ਯੂਜ਼ ਕਰਾਂਗੇ, ਪ੍ਰੈਕਟਿਸ ਦੇਖਾਂਗੇ, ਪੇਸ਼ੈਂਟ ਦੇਖਾਂਗੇ, ਉਸ ਚੀਜ਼ ਨਾਲ ਸਾਨੂੰ ਬੈਨੀਫਿਟ ਮਿਲੂਗਾ। ਔਰ ਇਹ ਕਹਿੰਦੇ ਹੁੰਦੇ ਨਾ ਵਿੱਦਿਆ ਖਤਮ ਨਹੀਂ ਹੋ ਸਕਦੀ। ਜੇ ਸੋਚੀਏ ਵੀ ਜੀ ਹਾਂਜੀ ਇਹ ਸਭ ਕੁਝ ਅਸੀਂ ਇੱਕ ਵਾਰੀ ਪੜ੍ਹ ਕੇ ਜੀ ਡਾਕਟਰ ਬਣਨਾ, ਨਾ ਇਹ ਅੱਗੇ ਦੇ ਅੱਗੇ ਚੱਲੀ ਜਾਣੀ, ਫੋਕਸ ਫਰਦਰ ਚੱਲੀ ਜਾਣੀ। ਇਹ ਸੀ ਸਾਡੇ ਨਾਲ ਡਾਕਟਰ ਰੋਹਿਤ ਸੰਦਲ, ਆਯੁਰਵੈਦਿਕ ਡਾਕਟਰ, ਜਿਹਨੇ ਸਾਨੂੰ ਦੱਸਿਆ ਕਿ ਭਾਰਤ ਵਿੱਚ ਜਿਹੜੀਆਂ 3 ਪੱਧਤੀਆਂ ਮੇਨ ਚੱਲ ਰਹੀਆਂ, ਜਿਨ੍ਹਾਂ ਦੀ ਜੜ ਅਖੀਰ ਆਯੁਰਵੈਦਿਕ ਹੀ ਹੈ, ਆਯੁਰਵੇਦ ਹੀ ਹੈ। ਆਯੁਰਵੇਦ ਨੂੰ ਅਪਣਾਉਣ ਵਾਸਤੇ ਸ਼ਾਇਦ ਅਸੀਂ ਲੋਕਾਂ ਵੱਲ ਦੇਖਦੇ ਹਾਂ, ਜਦ ਕੋਈ ਨਵੀਂ ਚੀਜ਼ ਲੈ ਕੇ ਕੋਈ ਵਿਦੇਸ਼ ਵਿੱਚੋਂ ਨਵੀਂ ਚੀਜ਼ ਆਉਂਦੀ ਹੈ, ਅਸੀਂ ਉਹਨੂੰ ਅਪਣਾਉਣ ਨੂੰ ਤਿਆਰ ਹੋ ਜਾਂਦੇ ਹਾਂ। ਪਰ ਅਸੀਂ ਆਪਣੀ ਕਿਤਾਬ ਪੜ੍ਹ ਕੇ, ਆਪਣੀ ਕਿਤਾਬ 'ਚੋਂ ਕੱਢ ਕੇ ਕੁਛ ਵੀ ਕਰਨਾ ਨਹੀਂ ਚਾਹੁੰਦੇ। ਰੋਹਿਤ ਸੰਦਲ, ਅਗਲੀ ਵਾਰ ਅਸੀਂ ਲੈ ਕੇ ਆਵਾਂਗੇ ਅਲੱਗ-ਅਲੱਗ ਬਿਮਾਰੀਆਂ, ਅਤੇ ਇਹਨਾਂ ਨੂੰ ਦੇਖਣ ਲਈ, ਇਹਨਾਂ ਨੂੰ ਸੁਣਨ ਲਈ, ਅਤੇ ਬਿਮਾਰੀਆਂ ਦੇ ਦਵਾਈਆਂ ਜਾਣਨ ਲਈ ਜਾਂ ਹੱਲ ਜਾਣਨ ਲਈ ਮੀਡੀਆ ਕਾਫਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।